हाँ जी डियर स्टूडेंट्स, ਆਪਾਂ बेटा ਅੱਜ ਲੀਨੀਅਰ ਅਲਜਬਰਾ ਦਾ ਨੈਕਸਟ ਲੈਕਚਰ ਸ਼ੁਰੂ ਕਰਨ ਜਾ ਰਹੇ ਹਾਂ, ਜਿਹਦੇ ਵਿੱਚ ਅੱਜ ਆਪਾਂ ਨੇ ਆਪਣਾ ਨੈਕਸਟ ਟੌਪਿਕ ਕਰਨਾ ਹੈ ਸਮ ਆਫ ਦਾ ਸਬਸਪੇਸਿਸ। ਠੀਕ ਹੈ, ਜਿਹਦੇ ਵਿੱਚ ਆਪਾਂ ਨੇ ਕਰਨਾ ਲੀਨੀਅਰ ਸਮ ਆਫ ਟੂ ਸਬਸਪੇਸਿਸ। ਇਹਦੇ ਵਿੱਚ ਕੀ ਹੁੰਦਾ ਹੈ ਕਿ ਤੁਹਾਡੇ ਕੋਲ W1 ਤੇ W2 ਦੋ ਸਬਸਪੇਸਿਸ ਗਿਵਨ ਹੋਣਗੀਆਂ ਕਿਸੇ ਵੀ ਵੈਕਟਰ ਸਪੇਸ ਦੀਆਂ ਓਵਰ ਅ ਫੀਲਡ ਐਫ। ਠੀਕ ਹੈ ਨਾ, ਤਾਂ ਕਹਿੰਦੇ ਕਿ ਇਹਨਾਂ ਦਾ ਜਿਹੜਾ ਲੀਨੀਅਰ ਸਮ ਬਣਦਾ ਹੈ, ਲੀਨੀਅਰ ਸਮ ਆਫ W1 ਐਂਡ W2, ਲੀਨੀਅਰ ਸਮ ਆਫ W1 ਐਂਡ W2 ਇਜ਼ ਡਿਨੋਟਡ ਬਾਈ W1 ਪਲਸ W2। ਅਤੇ ਇਹਨੂੰ ਆਪਾਂ ਡਿਫਾਈਨ ਕਿੱਦਾਂ ਕਰਦੇ ਹਾਂ, ਜਿਹੜਾ W1 ਪਲਸ W2 ਵਾਲਾ ਸੈੱਟ ਹੈ ਉਹਨੂੰ ਆਪਾਂ ਇਸ ਤਰੀਕੇ ਨਾਲ ਡਿਫਾਈਨ ਕਰਦੇ ਹਾਂ ਕਿ ਜਿਹੜੇ ਇਹਦੇ ਵਿੱਚ ਐਲੀਮੈਂਟਸ ਆਉਂਦੇ ਨੇ ਉਹ ਸਮ ਦੀ ਫੋਰਮ ਦੇ ਵਿੱਚ ਹੁੰਦੇ ਨੇ। ਉਹਨਾਂ ਸਮ ਜਿਵੇਂ U ਪਲਸ B ਆਪਾਂ ਨੇ ਲਿਖਿਆ, ਇਹਦੇ ਵਿੱਚੋਂ ਜਿਹੜਾ U ਹੈ ਉਹ ਜਿਹੜਾ ਆਪਣੇ ਕੋਲ W1 ਨੂੰ ਬਿਲੋਂਗ ਕਰਨਾ ਚਾਹੀਦਾ ਹੈ, ਅਤੇ ਜਿਹੜਾ V ਹੈ ਉਹ W2 ਨੂੰ ਬਿਲੋਂਗ ਕਰਨਾ ਚਾਹੀਦਾ। ਮੀਨਸ ਕਿ ਅਗਰ ਤੁਸੀਂ ਦੋ ਸਬਸਪੇਸਿਸ ਦਾ ਸਮ ਕਰਦੇ ਹੋ ਤਾਂ ਜਿਹੜੇ ਉਹਦੇ ਐਲੀਮੈਂਟਸ ਹੁੰਦੇ ਨੇ ਉਹ ਵੀ ਸਮ ਫੋਰਮ 'ਚ ਹੀ ਆਉਂਦੇ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਐਲੀਮੈਂਟ ਪਹਿਲੀ ਸਬਸਪੇਸ ਦਾ ਹੋਣਾ ਚਾਹੀਦਾ ਅਤੇ ਦੂਸਰਾ ਦੂਜੀ ਸਬਸਪੇਸ ਦਾ। ਠੀਕ ਹੈ ਜੀ, ਅਤੇ ਇਹਦੇ ਨਾਲ ਇਹ ਆਪਣੇ ਕੋਲ ਹੈਗਾ ਰਿਜ਼ਲਟ ਕਿ ਅਗਰ ਤੁਹਾਡੇ ਕੋਲ ਇਹ W1 ਅਤੇ W2 ਦੋ ਸਬਸਪੇਸਿਸ ਨੇ ਕਿਸੇ ਵੀ ਵੈਕਟਰ ਸਪੇਸ V ਦੀਆਂ, ਤਾਂ ਉਹਨਾਂ ਨੂੰ ਪਲੱਸ ਕਰਕੇ ਮੀਨਸ ਕਿ ਜਿਹੜੀ ਉਹਨਾਂ ਦਾ ਲੀਨੀਅਰ ਸਮ ਬਣੂਗਾ ਤਾਂ ਕਹਿੰਦੇ ਉਹ ਵੀ V ਦੀ ਹੀ ਸਬਸਪੇਸ ਬਣੂਗਾ। ਠੀਕ ਹੈ ਨਾ, ਜਿਵੇਂ ਆਪਾਂ ਆਪਰੇਸ਼ਨ ਕਰਦੇ ਸੀਗੇ ਕਿ ਇੰਟਰਸੈਕਸ਼ਨ ਆਫ ਟੂ ਸਬਸਪੇਸਿਸ ਇਜ਼ ਆਲਸੋ ਏ ਸਬਸਪੇਸ। ਯੂਨੀਅਨ ਸਬਸਪੇਸ ਕਦੋਂ ਹੁੰਦੀ ਹੈ ਤਾਂ ਉਹਦੇ ਲਈ ਆਪਾਂ ਇੱਕ ਪਰਟੀਕੂਲਰ ਕੰਡੀਸ਼ਨ ਕੀਤੀ ਸੀ ਕਿ ਉਹਨਾਂ ਦੋਹਾਂ ਦੇ ਵਿੱਚੋਂ ਕੋਈ ਇੱਕ ਦੂਜੇ 'ਚ ਕੰਟੇਨ ਹੋਣਾ ਚਾਹੀਦਾ ਹੈ। ਤਾਂ ਉਸੇ ਤਰੀਕੇ ਨਾਲ ਜਦੋਂ ਆਪਣੇ ਕੋਲ W1 ਅਤੇ W2 ਦੋ ਸਬਸਪੇਸਿਸ ਨੇ ਤਾਂ ਉਹਨਾਂ ਦੇ ਵਿੱਚੋਂ ਜਿਹੜੀ ਉਹਨਾਂ ਦੀ ਪਲੱਸ ਵਾਲੀ ਸਬਸਪੇਸ ਬਣਨੀ ਹੈ W1 ਪਲੱਸ W2, ਤਾਂ ਉਹ ਵੀ ਕਹਿੰਦੇ V ਦੀ ਹੀ ਸਬਸਪੇਸ ਹੋਊਗਾ। ਤਾਂ ਹੁਣ ਇਹਦੇ ਵਾਸਤੇ ਆਪਾਂ ਕਿਵੇਂ ਪ੍ਰੂਫ ਕਰੀਏ ਕਿ ਅਗਰ W1 W2 ਸਬਸਪੇਸਿਸ ਹੈ ਤਾਂ W1 ਪਲੱਸ W2 ਨੂੰ ਆਪਾਂ ਨੇ ਸਬਸਪੇਸ ਪ੍ਰੂਫ ਕਰਨਾ ਹੈ। W1 ਐਂਡ W2 ਆਰ ਟੂ ਸਬਸਪੇਸਿਸ ਆਫ V, ਟੂ ਸਬਸਪੇਸਿਸ ਆਫ VF। ਠੀਕ ਹੈ, ਆਪਾਂ ਨੇ ਪ੍ਰੂਫ ਕਰਨਾ ਹੈ ਕਿ W1 ਪਲਸ W2 ਵੀ ਸਬਸਪੇਸ ਹੋਊਗਾ, ਤਾਂ ਆਲਸੋ ਸਬਸਪੇਸ, ਇਹਨੂੰ ਪ੍ਰੂਫ ਕਰਨਾ ਆਪਾਂ ਨੇ। ਇਟ ਇਜ਼ ਟੂ ਪ੍ਰੂਫ। ਠੀਕ ਹੈ, ਤਾਂ ਇਹਦੇ ਵਾਸਤੇ ਆਪਾਂ ਨੇ ਕੀ ਕਰਨਾ ਹੈ, ਤਾਂ ਪਹਿਲਾਂ ਤਾਂ ਇਹ ਪ੍ਰੂਫ ਕਰੋ ਕਿ ਜਿਹੜਾ W1 ਪਲਸ W2 ਹੈ ਇਹ ਸਬਸੈਟ ਹੈ V ਦਾ। ਸਬਸਪੇਸ ਤਾਂ ਬਾਅਦ ਵਿੱਚ ਬਣੂਗਾ ਨਾ, ਪਹਿਲਾਂ ਆਪਾਂ ਉਹਨੂੰ ਸਬਸੈਟ ਹੀ ਪ੍ਰੂਫ ਕਰਾਂਗੇ। ਤਾਂ ਉਹਦੇ ਵਾਸਤੇ ਕੀ ਕੀਤਾ ਤੁਸੀਂ, ਜਿਵੇਂ ਤੁਸੀਂ ਇਹਦਾ ਕੋਈ ਐਲੀਮੈਂਟ ਲਿੱਤਾ W ਬਿਲੋਂਗਸ ਟੂ W1 ਪਲਸ W2। ਹੁਣ ਅਗਰ W1 ਪਲਸ W2 ਦੇ ਵਿੱਚ ਹੈ ਤਾਂ ਇਟ ਮੀਨਸ W ਜਿਹੜਾ ਐਲੀਮੈਂਟ ਹੈ ਉਹ W1 ਪਲਸ W2 ਫੋਰਮ ਦਾ ਹੋਊਗਾ, where W1 belongs to W1 and W2 belongs to W2। ਇਹ ਮੈंने small letters use करे हैं for the elements and capital use करे हैं for the subspaces। ठीक है ਬੱਚੇ, ਤਾਂ ਹੁਣ ਤੁਸੀਂ ਦੇਖੋ ਕਿ ਜਿਹੜਾ W1 ਅਗਰ W1 ਜਿਹੜਾ ਸਬਸੈਟ ਹੈ V ਦਾ, ਕਿਉਂਕਿ W1 ਇਜ਼ ਅ ਸਬਸਪੇਸ ਆਫ V ਹੈ ਨਾ, ਤਾਂ ਇਟ ਮੀਨਸ ਜਿਹੜਾ W1 ਐਲੀਮੈਂਟ ਹੈ ਉਹ V ਨੂੰ ਬਿਲੋਂਗ ਕਰੂਗਾ, ਸੇਮ W2 ਵੀ V ਨੂੰ ਬਿਲੋਂਗ ਕਰੂਗਾ, ਤਾਂ ਇਟ ਮੀਨਸ W1 ਪਲਸ W2 ਵੀ V ਨੂੰ ਬਿਲੋਂਗ ਕਰੂਗਾ। ਇਟ ਮੀਨਸ W ਬਿਲੋਂਗ ਕਰ ਗਿਆ V ਨੂੰ, ਤਾਂ ਇਟ ਮੀਨਸ ਪ੍ਰੂਫ ਹੋ ਗਿਆ ਕਿ ਜਿਹੜੀ W1 ਪਲਸ W2 ਹੈ ਉਹ ਸਬਸੈਟ ਬਣ ਗਈ V ਦੀ। ਤਾਂ ਹੁਣ ਸਬਸੈਟ ਤਾਂ ਚਲੋ ਪ੍ਰੂਫ ਹੋ ਗਿਆ ਆਪਣੇ ਕੋਲੇ, ਹੁਣ ਆਪਾਂ ਨੇ ਪ੍ਰੂਫ ਕਰਨੀ ਹੈ ਸਬਸਪੇਸ। ਸਬਸਪੇਸ ਕਿਵੇਂ ਪ੍ਰੂਫ ਕਰਾਂਗੇ, ਹੁਣ ਆਪਾਂ ਕੋਈ ਵੀ ਦੋ ਐਲੀਮੈਂਟ ਲਿੱਤੇ, ਜਿਵੇਂ ਤੁਸੀਂ ਆਪਾਂ ਨੇ W1 ਪਲਸ W2 ਨੂੰ ਸਬਸਪੇਸ ਪ੍ਰੂਫ ਕਰਨਾ ਹੈ ਤਾਂ ਆਪਾਂ ਇੱਕ ਐਲੀਮੈਂਟ ਕੰਸੀਡਰ ਕਰਾਂਗੇ ਅਲਫਾ U1 ਐਂਡ U2 ਬਿਲੋਂਗਸ ਟੂ W1 ਐਂਡ V1 V2 ਬਿਲੋਂਗਸ ਟੂ W2। ਇਹ ਦੋ ਐਲੀਮੈਂਟ ਆਪਾਂ ਨੇ W1 ਦੇ ਕੰਸੀਡਰ ਕੀਤੇ ਅਤੇ ਦੋ W2 ਦੇ, ਤਾਂ ਇਹਨਾਂ ਦੇ ਕਰਸਪੋਂਡਿੰਗ ਦੋ ਜਿਹੜੇ ਐਲੀਮੈਂਟ ਨੇ ਉਹ W1 ਪਲਸ W2 ਦੇ ਕਰਸਪੋਂਡਿੰਗ ਆਪਾਂ ਲੈ ਲਾਂਗੇ। ਜਿਵੇਂ ਇੱਕ ਤੁਸੀਂ ਕੰਸੀਡਰ ਕੀਤਾ U1 ਪਲਸ B1, ਇੱਕ ਲਿੱਤਾ U2 ਪਲਸ V2। ਇਹ ਹੋ ਗਿਆ W1 ਪਲਸ W2 ਦਾ ਐਲੀਮੈਂਟ, ਇਹ ਵੀ ਹੋ ਗਿਆ W1 ਪਲਸ W2 ਦਾ ਐਲੀਮੈਂਟ। ਤਾਂ ਇਹਦੇ ਕਰਸਪੋਂਡਿੰਗ ਆਪਾਂ ਇਸ ਨੂੰ ਜਿਹੜਾ ਨਾਮ ਦੇ ਲੈਂਦੇ X ਤੇ ਇਹਦਾ ਨਾਮ ਹੋ ਗਿਆ Y। ਹੁਣ ਤੁਸੀਂ ਸ਼ੋ ਕਰਨਾ ਹੈ ਕਿ ਜਿਹੜਾ ਅਲਫਾ X ਪਲਸ ਬੀਟਾ Y ਹੈ ਇਹ W1 ਪਲਸ W2 ਨੂੰ ਬਿਲੋਂਗ ਕਰ ਰਿਹਾ ਹੈ। ਦਿਸ ਇਜ਼ ਟੂ ਪ੍ਰੂਫ, ਇਹ ਆਪਾਂ ਨੇ ਟੂ ਪ੍ਰੂਫ ਕਰਨਾ ਹੈ, ਜਿਹਦੇ ਵਿੱਚੋਂ ਜਿਹੜਾ X ਹੈ ਉਹ ਹੈਗਾ ਆਪਣੇ ਕੋਲ U1 ਪਲਸ B1 ਅਤੇ Y ਹੈਗਾ ਆਪਣੇ ਕੋਲ V1 ਪਲਸ V2। ਤਾਂ ਹੁਣ ਇਹਨੂੰ ਕਿਵੇਂ ਸੋਲਵ ਕਰੀਏ, ਅਲਫਾ X ਦੀ ਵੈਲਿਊ ਪੁੱਟ ਕਰੋ U1 ਪਲਸ B1 ਪਲਸ ਬੀਟਾ Y ਦੀ ਵੈਲਿਊ ਪੁੱਟ ਕਰੋ V1 ਪਲਸ V2। ਇਹਨੂੰ ਓਪਨ ਕਰ ਲਓ,
अल्फा u1 प्लस अल्फा v1 प्लस बीटा v1 प्लस बीटा v2, अल्फा v1 प्लस बीटा v2 सॉरी u1 प्लस अल्फा v इतने 2 आ जाऊगा u2, इतने u2 आना अपने को u2, ठीक है जी v1। हाँ ये थोड़े को आ गया अल्फा u1 प्लस बीटा v1 u2 प्लस बीटा v2, ठीक है। हुण तुसीं देखो कि जिहड़ा u1 ते v1 जिहड़ा एलीमेंट सी u1 u2 जिहड़े एलीमेंट सीगे वो सीगे तुहाडे कोल w1 दे, ते w1 जिहड़ा है वो सब स्पेस है, तो दैट मीनस अल्फा u1 प्लस अल्फा u2 बिलोंग्स टू w1 बिकॉज इट इज़ अ सब स्पेस। सिमिलरली ये जिहड़ा एलीमेंट है बिलोंग कर जाऊगा w1 प्लस w2 नूं, क्योंकि ये विचों जिहड़ा ये एलीमेंट है w1 दा ते ये एलीमेंट दोनों का प्लस की है w2 नूं बिलोंग करता है। तो प्रूफ हो गया कि w1 प्लस w2 इज़ ऑल्सो अ सब स्पेस, ठीक है जी। फिर अगे आ जाता है कि जी w1 प्लस w2 सब स्पेस बन रही है तो वो एक कितों जनरेट हो रही है, तो वो जनरेट होंगी है w1 यूनीयन w2 के लीनियर स्पैन तो। मीनस कि अगर तुसी w1 यूनीयन w2 के एलीमेंट्स का लीनियर कॉम्बीनेशन बनाना शुरू कर दोगे तो तुहाडे कोल जिहड़ी सब स्पेस बनूगी वो बनूगी w1 प्लस w2, ठीक है। तो ये याद रखना तुसी, ये रिजल्ट याद रखना है कि w1 प्लस w2 इक्वल्स टू जनरेटेड बाई w1 यूनीयन w2। नैक्सट आ जाता तुहाडे कोल डायरैक्ट सम। हुण आपां ने कीता सी लीनियर सम की हुंदा दो सब स्पेसिस का, हुण आ जाता अपने कोल कि डायरैक्ट सम की हुंदा दो सब स्पेसिस का। डायरैक्ट सम वैसे तो हुंदा लीनियर सम के बराबर ही, बट इहदे विच कंडीशन ये हुंदी है कि जिहड़ियां आपां दो सब स्पेसिस लैने आ ओह डिसजॉइंट होनियां चाहिदियां ने, ठीक है ना। मीनस की है कि ए वैक्टर स्पेस VF इज सेट टू बी डायरैक्ट सम ऑफ इट्स सब स्पेसिस W1 एंड W2 डिनोटेड बाय W1। ये सम सिंबल जिहड़ा उन्होंने यूज़ किया है डायरैक्ट सम का सिंबल है। कहते इफ एवरी वैक्टर V बिलोंग्स टू V कैन बी यूनिकली एक्सप्रैसड एज V इक्वल टू U1 प्लस U2 वेयर U1 बिलोंग्स टू W1 एंड U2 बिलोंग्स टू W2, ठीक है। मीनस कि आपां जिहड़ा किसी एलीमेंट में जो आप w1 w2 के सम दे विच एक्सप्रैस करते हैं तो कहते कि उन्होंने एक्सप्रैस करने का सिर्फ एको ही मैथड हो, एक तो ज़्यादा मैथड नहीं होने चाहिए। तो जो आप एको ही वे दे नाल उन्होंने लिख रहे हैं एक तो ज़्यादा नाल नहीं लिख सकते तो वह सम बन जाता है डायरैक्ट सम, ठीक है ना। तो जो आप किसी भी दो वैक्टर स्पेसिस नूं डायरैक्ट सम दे विच लिख सकते हैं है ना, तो अगे कॉम्पलीमेंटरी सब स्पेसिस की आ जांदियां ने कि जो आप w1 ते w2 नूं कॉम्पलीमेंटरी उदों कवांगे जो आप v दे किसी भी एलीमेंट नूं w1 ते w2 दे दो एलीमेंट के सम दे विच यूनीकली एक्सप्रैस कर सकीए। मीनस आप ये कह सकते हैं है ना कि जो अपने को w1 w2 दा आप जो डायरैक्ट सम करते हैं तो जिहड़ी सब जो डायरैक्ट सम करते हैं v दे बराबर आप उन्होंने रख लैंदे आ, तो जिहड़ी w1 ते w2 हो गई वो एक दूसरे दी कॉम्पलीमेंटरी सब स्पेसिस हो गई, ठीक है ना। मीनस w1 इज कॉम्पलीमेंट ऑफ w2 एंड w2 इज ए कॉम्पलीमेंटरी सब स्पेस ऑफ w1, ठीक है जी। तो नैक्सट आ जाता है तुहाडे कोल डिसजॉइंट सब स्पेसिस की हुंदियां ने। डिसजॉइंट सब स्पेसिस उही हुंदियां ने कि जिन्हां दे विच सिर्फ जीरो ही कॉमन होवे, क्योंकि सब स्पेस दे विच जीरो एडिटिव आइडेंटिटी तो हुंदी है ना अपने कोल, एडिटिव आइडेंटिटी तो हर एक दे विच हुंदी है जीरो। तो कहते कि सिर्फ जीरो ही कॉमन च आवे, होर कुछ भी एलीमेंट कॉमन दे विच नहीं आना चाहिए, तो उन्हां सब स्पेसिस नूं आपां बोल दिंदे आ डिसजॉइंट सब स्पेसिस। नैक्सट आ जाता है आइडेंटिकल सब स्पेसिस। आइडेंटिकल कदों हुंदियां ने जदों उन्हां दी डिमेंशन सेम होवे प्लस वो एक दूसरे दी सब स्पेसिस होण। मीनस अगर w1 w2 दी u ते v दी आपां गल करदे हैं है ना, तो इन्हों आइडेंटिकल उदों कवांगे कि एक तो इन्हां दोहां दी डिमेंशन सेम होनी चाहिए है, दूसरा ये है कि u जिहड़ा है वो सबसैट होना चाहिए v दा, ते v जिहड़ा हैगा वो सबसैट होना चाहिए u दा। नैक्सट आ जाता तुहाडे कोल w1 डायरैक्ट सम नूं आपां किवें एक्सप्रैस करदे हां कि कितना किसी भी दो सब स्पेसिस नूं आपां डायरैक्ट सम च कदों लिख सकते हैं। एक तो ये आ गया कि आप v दे हर एक एलीमेंट नूं w1 प्लस w2 दी फॉर्म दे विच लिख सकीए, मतलब v दे हर एक एलीमेंट नूं दो एलीमेंट दे प्लस दे विच एक्सप्रैस कर सकीए, जिहदे विचों एक एलीमेंट होवे w1 दा ते दूसरा एलीमेंट होवे w2 दा। तो सैकेंड कंडीशन ये है कि जिहड़ियां दो सब स्पेसिस आपां यूज़ करते हैं वो डिसजॉइंट सब स्पेसिस होनियां चाहिए ने, उन्हां दे विच कुछ भी कॉमन नहीं होना चाहिए, ठीक है।
ਜਿਵੇਂ ਫਸਟ ਐਗਜ਼ਾਮਪਲ ਤੁਹਾਡੇ ਕੋਲ ਹੈਗੀ ਆ ਕਿ ਅਗਰ ਐਸ ਐਨ ਟੀ ਦੋ ਸਬਸੈਟਸ हैं ਤੁਹਾਡੇ ਕੋਲ ਵੀ ਦੇ ਹੈ ਨਾ, ਤੁਸੀਂ ਪ੍ਰੂਫ ਕਰਨਾ ਹੈ ਕਿ ਲੀਨੀਅਰ ਸਪੈਨ ਆਫ ਐਸ ਯੂਨੀਅਨ ਟੀ ਇਕੁਅਲਸ ਟੂ ਲੀਨੀਅਰ ਸਪੈਨ ਆਫ ਐਸ ਪਲਸ ਲੀਨੀਅਰ ਸਪੈਨ ਆਫ ਟੀ। ਤਾਂ ਹੁਣ ਇਹਦੇ ਵਿੱਚ ਤੁਸੀਂ ਕੀ ਕਰੋਗੇ, ਕੋਈ ਵੀ ਇੱਕ ਐਲੀਮੈਂਟ ਕੰਸੀਡਰ ਕੀਤਾ ਐਸ ਯੂਨੀਅਨ ਟੀ ਦਾ, ਠੀਕ ਹੈ, ਲੀਨੀਅਰ ਸਪੈਨ ਆਫ ਐਸ ਯੂਨੀਅਨ ਟੀ ਦਾ, ਤਾਂ ਦੈਟ ਮੀਨਸ ਇਸ ਵੀ ਐਲੀਮੈਂਟ ਨੂੰ ਮੈਂ ਐਸ ਯੂਨੀਅਨ ਟੀ ਦੇ ਐਲੀਮੈਂਟ ਦੇ ਲੀਨੀਅਰ ਕੰਬੀਨੇਸ਼ਨ ਦੇ ਵਿੱਚ ਲਿਖ ਸਕਦੀ ਹਾਂ। ਅਗਰ ਵੀ ਜਿਹੜਾ ਐਲੀਮੈਂਟ ਹੈ ਉਹ ਲੀਨੀਅਰ ਸਪੈਨ ਆਫ ਐਸ ਯੂਨੀਅਨ ਟੀ ਨੂੰ ਬਿਲੋਂਗ ਕਰਦਾ ਹੈ, ਤਾਂ ਦੈਟ ਮੀਨਸ ਐਸ ਯੂਨੀਅਨ ਟੀ ਦੇ ਐਨ ਐਲੀਮੈਂਟਸ ਐਗਜ਼ਿਸਟ ਕਰਨਗੇ ਅਤੇ ਕੁਛ ਐਨ ਐਲੀਮੈਂਟ ਹੀ ਫੀਲਡ ਦੇ ਐਗਜ਼ਿਸਟ ਕਰਨਗੇ ਸੱਚ ਦੈਟ ਵੀ ਨੂੰ ਮੈਂ ਉਹਨਾਂ ਦੇ ਕੰਬੀਨੇਸ਼ਨ ਦੇ ਵਿੱਚ ਲਿਖ ਸਕਦੀ ਹਾਂ, ਠੀਕ ਹੈ ਨਾ। ਤਾਂ ਹੁਣ ਜਿਹੜੇ ਇਹ ਯੂਨੀਅਨ ਵਾਲੇ ਐਲੀਮੈਂਟਸ ਹੈ ਇਹਨਾਂ ਦੇ ਵਿੱਚੋਂ ਕੁਛ ਐਲੀਮੈਂਟ ਐਸ ਦੇ ਵੀ ਹੋਣਗੇ ਅਤੇ ਕੁਛ ਐਲੀਮੈਂਟ ਟੀ ਦੇ ਵੀ ਹੋਣਗੇ। ਤਾਂ ਆਪਾਂ ਨੇ ਕੀ ਕੀਤਾ, ਇਹਨਾਂ ਨੂੰ ਦੋ ਪਾਰਟਸ ਦੇ ਵਿੱਚ ਬ੍ਰੇਕ ਕਰ ਲਿਆ। ਜਿਹੜੇ ਐਸ ਵਾਲੇ ਐਲੀਮੈਂਟ ਸੀ ਉਹ ਅਲੱਗ ਲਿਖਤੇ, ਜਿਹੜੇ ਟੀ ਵਾਲੇ ਐਲੀਮੈਂਟ ਸੀ ਉਹ ਅਲੱਗ ਲਿਖਤੇ, ਠੀਕ ਹੈ ਨਾ। ਤਾਂ ਇਹ ਬਣ ਗਿਆ ਲੀਨੀਅਰ ਸਪੈਨ ਆਫ ਐਸ ਅਤੇ ਦੂਸਰਾ ਬਣ ਗਿਆ ਲੀਨੀਅਰ ਸਪੈਨ ਆਫ ਟੀ, ਠੀਕ ਹੈ ਬੱਚੇ। ਤਾਂ ਇਹ ਬਣ ਗਿਆ ਲੀਨੀਅਰ ਸਪੈਨ ਆਫ ਐਸ ਐਂਡ ਲੀਨੀਅਰ ਸਪੈਨ ਆਫ ਟੀ। ਅਤੇ ਇੱਥੇ ਸ਼ੋ ਹੋ ਗਿਆ ਕਿ ਜਿਹੜੇ ਐਸ ਯੂਨੀਅਨ ਟੀ ਦੇ ਲੀਨੀਅਰ ਕੰਬੀਨੇਸ਼ਨ ਵਾਲਾ ਐਲੀਮੈਂਟ ਸੀ ਉਹ ਕਿਹਨੂੰ ਬਿਲੋਂਗ ਕਰ ਗਿਆ, ਲੀਨੀਅਰ ਸਪੈਨ ਆਫ ਐਸ ਪਲਸ ਲੀਨੀਅਰ ਸਪੈਨ ਆਫ ਟੀ ਨੂੰ। ਤਾਂ ਪ੍ਰੂਫ ਹੋ ਗਿਆ ਕਿ ਜਿਹੜਾ ਲੀਨੀਅਰ ਸਪੈਨ ਆਫ ਐਸ ਯੂਨੀਅਨ ਟੀ ਹੈ ਉਹ ਦੈਟ ਇਜ਼ ਅ ਸਬਸੈਟ ਆਫ ਲੀਨੀਅਰ ਸਪੈਨ ਆਫ ਐਸ ਪਲਸ ਲੀਨੀਅਰ ਸਪੈਨ ਆਫ ਟੀ। ਨਾਓ ਹੁਣ ਆਪਾਂ ਨੇ ਕਨਵਰਸਲੀ ਕਰਨਾ, ਤੁਸੀਂ ਐਲੀਮੈਂਟ ਲਓਗੇ ਲੀਨੀਅਰ ਸਪੈਨ ਆਫ ਐਸ ਯੂਨੀਅਨ ਲੀਨੀਅਰ ਸਪੈਨ ਆਫ ਟੀ ਦਾ। ਤਾਂ ਇਹਦੇ ਵਾਸਤੇ ਤੁਸੀਂ ਇੱਕ ਐਲੀਮੈਂਟ Z ਕੰਸੀਡਰ ਕੀਤਾ, ਉਹਨੂੰ ਤੁਸੀਂ ਲਿਖ ਸਕਦੇ ਹੋ x ਪਲਸ ਵਾਈ ਦੀ ਫੋਰਮ ਦੇ ਵਿੱਚ, ਜਿਹਦੇ ਵਿੱਚੋਂ x ਬਿਲੋਂਗ ਕਰੂਗਾ ਲੀਨੀਅਰ ਸਪੈਨ ਆਫ ਐਸ ਨੂੰ ਅਤੇ y ਬਿਲੋਂਗ ਕਰੂਗਾ ਲੀਨੀਅਰ ਸਪੈਨ ਆਫ ਟੀ ਨੂੰ। ਹੁਣ x ਅਗਰ ਲੀਨੀਅਰ ਸਪੈਨ ਆਫ ਐਸ ਨੂੰ ਬਿਲੋਂਗ ਕਰਦਾ ਹੈ ਤਾਂ ਉਹਨੂੰ ਮੈਂ ਐਸ ਦੇ ਐਲੀਮੈਂਟ ਦੇ ਕੰਬੀਨੇਸ਼ਨ ਦੇ ਵਿੱਚ ਲਿਖ ਸਕਦੀ ਹਾਂ, ਅਤੇ ਜਿਹੜਾ y ਹੈ ਉਹਨੂੰ ਮੈਂ ਟੀ ਦੇ ਐਲੀਮੈਂਟ ਦੇ ਲੀਨੀਅਰ ਕੰਬੀਨੇਸ਼ਨ ਦੇ ਵਿੱਚ ਲਿਖ ਸਕਦੀ ਹਾਂ। ਤਾਂ ਇੱਕ ਤਰੀਕੇ ਨਾਲ ਇਹ ਬਣ ਜਾਣਗੇ ਐਸ ਯੂਨੀਅਨ ਟੀ ਦੇ ਲੀਨੀਅਰ ਕੰਬੀਨੇਸ਼ਨ ਨੂੰ ਬਿਲੋਂਗ ਕਰ ਜਾਊਗਾ, ਠੀਕ ਹੈ ਜੀ। ਤਾਂ ਇਸ ਤਰੀਕੇ ਨਾਲ ਤੁਸੀਂ ਕਹਿ ਸਕਦੇ ਹੋ ਕਿ ਜਿਹੜਾ ਲੀਨੀਅਰ ਸਪੈਨ ਆਫ ਐਸ ਯੂਨੀਅਨ ਟੀ ਹੈ ਦੈਟ ਇਜ਼ ਇਕੁਅਲ ਟੂ ਲੀਨੀਅਰ ਸਪੈਨ ਆਫ ਐਸ ਪਲਸ ਲੀਨੀਅਰ ਸਪੈਨ ਆਫ ਟੀ। ਤਾਂ ਇਸ ਦੇ ਨਾਲ ਬੱਚੇ ਇਹਦੇ ਨਾਲ ਦੀਆਂ ਹੀ ਤੁਹਾਡੇ ਕੋਲ ਇਹਦੇ ਨਾਲ ਰਿਲੇਟਡ ਐਕਸਰਸਾਈਜ਼ ਵੀ ਦਿੱਤੀ ਹੋਈ ਤੁਹਾਡੀ ਬੁੱਕ ਦੇ ਵਿੱਚ, ਕਰ ਲੈਣੀ ਹੈ ਤੁਸੀਂ। ਕੋਈ ਐਗਜ਼ਾਮਪਲ ਦੇ ਵਿੱਚੋਂ ਜਾਂ ਕਿਸੇ ਐਕਸਰਸਾਈਜ਼ ਦੇ ਵਿੱਚੋਂ ਕੋਈ ਵੀ ਡਾਊਟ ਹੈ ਕਿਸੇ ਸਟੂਡੈਂਟ ਦਾ ਤਾਂ ਤੁਸੀਂ ਕਲੀਅਰ ਕਰ ਲਿਓ ਬੇਟਾ ਨਾਲ ਦੀ ਨਾਲ। ਓਕੇ, ਨੈਕਸਟ ਆਪਾਂ ਅਗਲੇ ਲੈਕਚਰ ਦੇ ਵਿੱਚ ਕਰਾਂਗੇ। ਓਕੇ।